ਤੁਸੀਂ ਕਿਵੇਂ ਵੇਖਦੇ ਹੋ ਵੀ ਇੱਕ ਸਰਦਾਰ ਬੰਦੇ ਨੂੰ ਅੰਮ੍ਰਿਤਧਾਰੀ ਨੂੰ ਵਿਖਾਇਆ ਜਾਵੇ ਉਹ ਤਮਾਸ਼ਬੀਨ ਬਣ ਕੇ ਤਮਾਸ਼ਾ ਵੇਖ ਰਿਹਾ ਔਰ ਸਾਹਮਣੇ ਕੁਝ ਨੌਜਵਾਨ ਇੱਕ ਲੜਕੀ ਦਾ ਰੇਪ ਕਰ ਰਹੇ ਨੇ। ਕੀ ਤੁਸੀਂ ਇਸ ਤਰੀਕੇ ਨਾਲ ਤੇ ਤੁਹਾਡੇ ਸਾਹਮਣੇ ਕੋਈ ਇਸ ਤਰੀਕੇ ਦਾ ਕੋਈ ਕਰੇ ਕੀ ਤੁਸੀਂ ਖੜ ਕੇ ਵੇਖੋਗੇ? नहीं एक ओंकार सतनाम करता पुरख निर्भव निर्वैर काल मूर्त अजुनी साहेबं गुरु प्रसाद ದೇವರೊಬ್ಬನೇ ಅವನ ಹೆಸರು ಸತ್ಯ ಅವನೇ ರಚನಾಕಾರ ಭಯರಹಿತನಾಥ ವೈರೋತ್ಪರಹಿತನಾಥ ਕਾਲਰਹਿਤਨਾਤਾ ਗੁਰੂ ਕਿਰਪਾ ਕਟਾਕਸ਼ਨਾਤਾ। ਤਾਂ ਅੱਜ ਕੱਲ੍ਹ ਕਿਉਂਕਿ ਇੱਕ ਤਾਂ ਜੀਓ ਦਾ ਜ਼ਮਾਨਾ ਵੀ ਨੈੱਟ ਵੀ ਆਪਣੇ ਕੋਲ ਐਕਸੈਸ ਜ਼ਿਆਦਾ ਹੋ ਗਿਆ ਹੈ, ਇਸੇ ਵੈਬ ਸੀਰੀਜ਼ ਵੱਲ ਬਣਦੀਆਂ ਵੀ ਜ਼ਿਆਦਾ ਕਿਉਂਕਿ ਕੁਝ ਲੋਕ ਪਸੰਦ ਕਰਦੇ ਆ, ਲੇਕਿਨ ਜਿਹੜੀ ਵੈਬ ਸੀਰੀਜ਼ ਹੈ ਉਹ ਸਾਰੀ ਇੱਕ ਜਿਹੀ ਸਕਸੈਸਫੁਲ ਨਹੀਂ ਹੋ ਪਾਉਂਦੀਆਂ। ਤਾਂ ਕੁਝ ਪ੍ਰੋਡਿਊਸਰਾਂ ਨੂੰ ਕੁਝ ਨੂੰ ਲੱਗਦਾ ਹੈ ਵੀ ਕੰਟਰੋਵਰਸ਼ੀਅਲ ਸੀਨ ਪਾ ਦਿਓ, ਨਿਊਜ਼ 'ਚ 2-3 ਦਿਨ ਚੱਲੇਗਾ, ਸਾਡੀ ਵੈਬ ਸੀਰੀਜ਼ ਦੀ ਚੜ੍ਹਾਈ ਹੋ ਜਾਏਗੀ। ਵੋਟ ਦਿੱਤਾ ਇਹ ਜਿਹੜੀ ਆਪਣੀ ਹਲਕੀ ਪਬਲਿਸਿਟੀ ਕਰਦੇ ਨੇ ਇਹਦਾ ਅਸੀਂ ਖੰਡਨ ਕਰਦੇ ਹਾਂ, ਇਹਨੂੰ ਬੰਦ ਕੀਤਾ ਜਾਵੇ, ਨਹੀਂ ਤਾਂ ਇਹਦੇ 'ਤੇ ਲੀਗਲ ਐਕਸ਼ਨ ਲਿਆ ਜਾਏਗਾ। लिखते ने कमाल करामात कायम करीम रजा बख्श राजिक रिहा कून रहीम अमा बख्श बख्शिंद ओ दस्तगीर खता बख्श रोजी दिहो दिल फजीर ना साजो ना बाजो ना फौजो ना फरस खुदाबंद बख्शिंद ए ऐसो अरस हमो मरद बायद शब्द शुकनवर ना सिकमे दिगर दर दाहने दिगर जिहा सुद के चुंग बेचुंग पेच दे चार पेच दी मार। ਹਮਦਰਦ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਮਨਦੀਪ ਸਿੰਘ। ਦੋਸਤੋ ਅੱਜ ਕੱਲ੍ਹ ਕਿਸੇ ਵੀ ਗਾਣੇ ਦੇ ਕਿਸੇ ਵੀ ਫਿਲਮ ਦੇ ਕਿਸੇ ਵੀ ਨਾਟਕ ਦੇ ਹਿੱਟ ਹੋਣ ਦਾ ਜਿਹੜਾ ਪੈਮਾਨਾ ਬਣ ਗਿਆ ਹੈ ਉਹ ਉਸ ਦੇ ਵਿਊਜ਼ ਬਣ ਗਏ ਨੇ। ਲੋਕੀ ਵੇਖਦੇ ਨੇ ਕਿ ਇਸ ਨਾਟਕ ਦੇ ਇਸ ਗਾਣੇ ਦੇ ਕਿੰਨੇ ਵਿਊ ਨੇ ਔਰ ਵਿਊਜ਼ ਦੇ ਵਧਾਉਣ ਦੇ ਚੱਕਰ ਦੇ ਵਿੱਚ ਉਸ ਗਾਣੇ ਦੇ ਵਿੱਚ ਇਹੋ ਜਿਹੇ ਬੋਲ ਪਾਏ ਜਾਂਦੇ ਨੇ, ਇਹੋ ਜਿਹੇ ਲਿਰਿਕਸ ਪਾਏ ਜਾਂਦੇ ਨੇ ਔਰ ਨਾਟਕ ਜਾਂ ਫਿਲਮ ਦੇ ਵਿੱਚ ਇਹੋ ਜਿਹੇ ਸੀਨ ਕ੍ਰੀਏਟ ਕੀਤੇ ਜਾਂਦੇ ਨੇ ਕਿ ਇੱਕ ਕੰਟਰੋਵਰਸੀ ਕ੍ਰੀਏਟ ਹੋਵੇ, ਇੱਕ ਵਿਵਾਦ ਖੜਾ ਹੋਵੇ ਤਾਂ ਕਿ ਸਾਰਿਆਂ ਦਾ ਧਿਆਨ ਉਸ ਵੱਲ ਖਿੱਚਿਆ ਆਵੇ। ਹਾਲ ਹੀ ਦੇ ਵਿੱਚ ਵੈਬ ਸੀਰੀਜ਼ ਦਾ ਵੀ ਰੁਝਾਨ ਕਾਫੀ ਤੇਜ਼ ਹੋਇਆ। ਇੰਟਰਨੈਟ ਦੇ ਆਉਣ ਦੇ ਨਾਲ ਜਿਵੇਂ YouTube, Facebook ਦੇ ਉੱਤੇ ਬਹੁਤ ਸਾਰਾ ਐਂਟਰਟੇਨਮੈਂਟ ਦਾ ਸਾਧਨ ਸਾਨੂੰ ਪ੍ਰਾਪਤ ਹੋਇਆ, ਉਸ ਦੇ ਨਾਲ ਇੱਕ ਨਵਾਂ ਰੁਝਾਨ ਚੱਲਿਆ ਵੈਬ ਸੀਰੀਜ਼ ਦਾ ਔਰ ਹਾਲ ਹੀ ਦੇ ਵਿੱਚ ਇੱਕ ਵੈਬ ਸੀਰੀਜ਼ ਰਿਲੀਜ਼ ਕੀਤੀ ਜਾਂਦੀ ਹੈ Amazon ਪ੍ਰਾਈਮ ਵੀਡੀਓ ਦੇ ਵੱਲੋਂ ਜਿਸ ਦਾ ਨਾਂ ਹੈ ਪਾਤਾਲ ਲੋਕ ਵੈਬ ਸੀਰੀਜ਼। ਜਿਵੇਂ ਤੁਸੀਂ ਵੇਖ ਸਕਦੇ ਹੋ ਮੇਰੇ ਨਾਲ ਇਸ ਵੇਲੇ ਪੰਡਿਤ ਰਾਓ ਤ੍ਰਿਨਵਰ ਜੀ ਮੌਜੂਦ ਨੇ ਔਰ ਇਹਨਾਂ ਨੇ ਬੋਰਡ ਫੜਿਆ ਹੋਇਆ ਕਿ ਸਟੋਪ ਪਾਤਾਲ ਲੋਕ ਵੈਬ ਸੀਰੀਜ਼। ਜਾਣਦੇ ਹਾਂ ਕਿ ਕੀ ਇਸ਼ੂ ਹੈ, ਕੀ ਗਲਤ ਦਿਖਾਇਆ ਜਾ ਰਿਹਾ ਪਾਤਾਲ ਲੋਕ ਵੈਬ ਸੀਰੀਜ਼ ਦੇ ਵਿੱਚ ਜਿਹੜਾ ਕਿ ਇਹਨਾਂ ਨੂੰ ਇਹ ਬੋਰਡ ਲੈ ਕੇ ਇੱਥੇ ਸੈਕਟਰ 17 ਦੇ ਵਿੱਚ ਖੜੇ ਹੋਣ ਦੀ ਨੌਬਤ ਆਈ ਹੈ। ਪੰਡਿਤ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਹਮਦਰਦ ਟੀਵੀ ਦੇ ਉੱਤੇ। शुक्रिया मेहरबानी महाराज ਜੀ ਭਾਵੇਂ ਉਹ ਗਾਣਾ ਹੋਵੇ ਕੋਈ, ਭਾਵੇਂ ਨਾਟਕ, ਭਾਵੇਂ ਫਿਲਮ, ਤੁਸੀਂ ਅਕਸਰ ਹੀ ਖੜਦੇ ਹੋ ਦੁਨੀਆ ਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਕੀ ਵਿਖਾਉਣਾ ਚਾਹੀਦਾ ਕਿਉਂਕਿ ਇਹਨਾਂ ਚੀਜ਼ਾਂ ਦਾ ਅਸਰ ਇੱਕ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਦੇ ਮਸਤਿਸ਼ਕ ਤੇ ਮਾਨਸਿਕ ਤੌਰ ਦੇ ਉੱਤੇ ਵੀ ਪੈਂਦਾ। ਕੀ ਕਹਿਣਾ ਚਾਹੋਗੇ? ਬਿਲਕੁਲ ਮਨਦੀਪ ਸਿੰਘ ਸਾਹਿਬ, ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਹਾਂ। ਅਜਿਹੇ ਫਿਲਮ, ਗਾਣੇ, ਵੈਬ ਸੀਰੀਜ਼ ਸਾਡੇ ਬੱਚੇ ਤੇ ਬਹੁਤ ਬੁਰੀ ਅਸਰ ਪੈਂਦਾ। ਇਸ ਲਈ ਮੈਂ ਭਾਵੇਂ ਉਹ ਲੱਚਰ ਸ਼ਰਾਬੀ ਹਥਿਆਰੀ ਗਾਣਾ ਹੋਵੇ ਉਸ ਦੇ ਖਿਲਾਫ ਸੰਘਰਸ਼ ਹੋਇਆ। ਹੁਣ ਵੈਬ ਸੀਰੀਜ਼ ਜੋ ਬਹੁਤ ਹੀ ਭਿਆਨਕ ਖਤਰਨਾਕ ਵੈਬ ਸੀਰੀਜ਼ ਆ ਰਿਹਾ ਹੈ ਉਸ ਦਾ ਨਾਂ ਹੈ ਪਾਤਾਲ ਲੋਕ, ਜਿਸ ਦੀ ਪ੍ਰੋਡਿਊਸਰ ਅਨੁਸ਼ਕਾ ਸ਼ਰਮਾ ਹੈ, ਜਾਣੇ ਮਾਨੇ ਅਭਿਨੇਤਰੀ ਤੇ ਵਿਰਾਟ ਕੋਹਲੀ ਦੀ ਪਤਨੀ। ਇਸ ਪਾਤਾਲ ਲੋਕ ਦੇ ਸੀਰੀਜ਼ ਦੇ ਵਿੱਚ 3 ਪ੍ਰਮੁੱਖ ਸਮੱਸਿਆ ਨੇ, ਬਹੁਤ ਮੰਦਭਾਗੀ ਗੱਲ ਕੀਤੇ ਨੇ। ਇੱਕ ਤਾਂ ਜਾਤੀਵਾਦ, ਪੂਰੇ ਵੈਬ ਸੀਰੀਜ਼ ਦੇ ਵਿੱਚ ਜਾਤੀ ਦੀ ਨਾਂ ਵਾਰ-ਵਾਰ ਲੈਂਦੇ ਨੇ। ਇਸ ਤੋਂ ਬਾਅਦ ਗਾਲੀ ਗਲੋਚ, शुरुआत तो लेके अंत तक पूरा गाली गलोच पर ही है ये वेब सीरीज़। इस तो वड्डी बहुत वड्डी गल ये है कि एक दृश्यावली दे विच इस पाताल लोक दे सीरीज़ दे विच एक सिख दलित औरत नूं रेप करता है, जिसनों रेप करन दी दृश्य नूं एक अमृतधारी सिख देख रहा है खड़ के। तुसीं सोच भी नहीं सकते जिथे जुल्म होवे उत्थे अमृतधारी सिख चुप होके खड़ नहीं सकता। इन्हां नूं पता नहीं है फिर वैब सीरीज़ बनाने वाले नूं पंजाब दी इतिहास की है, अमृतधारी दी इतिहास की है, सिख इतिहास की है, इन्हां नूं पता नहीं है। मन मर्जी ये मन मर्जी सीरीज़ बना के चला रहे ने जो गैर कानूनी है। 295A जो सिख धर्म के भावनाओं नूं चोट पहुँचाने लई केस बन सकता है, अश्लीलपन नूं फैलाउण दा केस बन सकता है, एक समूह के नाल दूजे समूह नाल झगड़ा कराउण दी दर्शावली बहुत है। ये सारे गलत होने कारण मैं वैब सीरीज़ नूं बंद करने लिए विनती करते हुए SSP चंडीगढ़ नूं कंप्लेंट दर्ज की है। SC/ST कमीशन दिल्ली, माइनॉरिटी कमीशन पंजाब अते दिल्ली, इस तो अलावा वुमेन कमीशन
ਪੰਜਾਬ ਅਤੇ ਦਿੱਲੀ ਨੂੰ ਕੰਪਲੇਂਟ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਮੇਰਾ ਕੰਪਲੇਂਟ ਐਸਐਸਪੀ ਦਫ਼ਤਰ ਤੋਂ ਸਾਈਬਰ ਕ੍ਰਾਈਮ ਵਿੱਚ ਪਹੁੰਚ ਚੁੱਕਿਆ ਹੈ ਤੇ ਇਸ ਤੋਂ ਇਲਾਵਾ ਮਾਈਨੋਰਿਟੀ ਕਮਿਸ਼ਨ ਪੰਜਾਬ ਨੇ ਐਸਐਸਪੀ ਦਫ਼ਤਰ ਤੋਂ ਰਿਪੋਰਟ ਮੰਗਿਆ ਹੈ। ਮੈਨੂੰ ਲੱਗਦਾ ਹੈ ਜ਼ਰੂਰ ਕਾਰਵਾਈ ਹੋਏਗੀ। ਵੈਬ ਸੀਰੀਜ਼ ਜਦ ਤੱਕ ਖਤਮ ਨਹੀਂ ਹੋਏਗੀ ਅਸੀਂ ਨਹੀਂ ਛੱਡਣਾ ਹੈ। ਪੰਡਿਤ ਜੀ ਅਸੀਂ ਵੇਖਦੇ ਹਾਂ ਕਿ ਬਾਲੀਵੁੱਡ ਦੇ ਵਿੱਚ ਇੱਕ ਸੈਂਸਰ ਬਣਿਆ ਹੋਇਆ, ਠੀਕ ਹੈ ਜੀ, ਤੇ ਕੀ ਵੈਬ ਸੀਰੀਜ਼ ਵਾਸਤੇ ਵੀ ਤੁਸੀਂ ਚਾਹੁੰਦੇ ਹੋ ਕਿ ਇਸ ਤਰੀਕੇ ਦਾ ਕੋਈ ਸੈਂਸਰ ਹੋਣਾ ਚਾਹੀਦਾ, ਕਿਉਂਕਿ ਇਸ ਨੂੰ ਵੀ ਕੋਈ ਵੀ ਵੇਖ ਸਕਦਾ ਹੈ, ਇੱਕ ਬੱਚੇ ਤੋਂ ਲੈ ਕੇ ਇੱਕ ਬਜ਼ੁਰਗ ਤੱਕ ਕੋਈ ਵੀ ਵੇਖ ਸਕਦਾ ਹੈ, ਸੋ ਇੱਕ ਕਿਤੇ ਨਾ ਕਿਤੇ ਸੈਂਸਰ ਜ਼ਰੂਰ ਹੋਣਾ ਚਾਹੀਦਾ ਹੈ। ਤੁਹਾਡੀ ਸਵਾਲ ਬਹੁਤ ਹੀ ਵਧੀਆ ਸਵਾਲ ਹੈ। ਮੇਰੇ ਪੂਰੇ ਸੰਘਰਸ਼ ਦੀ ਬੁਨਿਆਦ ਹੈ ਤੁਹਾਡੀ ਸਵਾਲ। ਇੱਥੇ ਲਿਖਿਆ ਜੀ, ਦੂਜੇ ਪਾਸੇ ਤੁਸੀਂ ਪੜ੍ਹ ਸਕਦੇ ਹੋ, ਇੱਥੇ ਲਿਖਿਆ ਮੈਂ, ਇਹ ਦੇਖੋ, ਲੱਚਰਤਾ ਭੜਕਾਓ, ਨਸ਼ਿਆਂ ਹਥਿਆਰਾਂ ਤੇ ਫਿਲਮਾਈ ਵੀਡੀਓ, ਗਾਣੇ, ਵੈਬ ਸੀਰੀਜ਼ ਅਤੇ ਫਿਲਮਾਂ ਰੋਕਣ ਲਈ ਸਿਨੇਮੈਟੋਗ੍ਰਾਫੀ ਐਕਟ 1952 ਵਿੱਚ ਸ਼ੋਧ ਕਰੋ। 1952 ਦੇ ਵਿੱਚ ਸਿਨੇਮੈਟੋਗ੍ਰਾਫੀ ਐਕਟ ਬਣਿਆ, ਜਿਸ ਦੇ ਤਹਿਤ ਹੀ ਸਾਰੇ ਫਿਲਮ ਸੈਂਸਰ ਬੋਰਡ ਤੋਂ ਪਾਸ ਹੋ ਕੇ ਜਨ ਤੱਕ ਪਹੁੰਚ ਜਾਂਦੇ ਨੇ। ਹੁਣ 1952 ਚ ਬਣਿਆ ਇਸ ਐਕਟ ਦੇ ਵਿੱਚ ਵੈਬ ਸੀਰੀਜ਼ ਦੇ ਬਾਰੇ ਕੋਈ ਗੱਲ ਨਹੀਂ, ਕਿਉਂਕਿ ਉਸ ਵਕਤ ਵੈਬ ਸੀਰੀਜ਼ ਨਹੀਂ ਬਣਦੇ। ਲੱਚਰ ਸ਼ਰਾਬੀ ਹਥਿਆਰੀ ਗਾਣੇ ਬਾਰੇ ਕੋਈ ਗੱਲ ਨਹੀਂ, ਕਿਉਂਕਿ ਉਸ ਵਕਤ ਇਹੋ ਜਿਹਾ ਪ੍ਰਤੀਕਰਮ ਨਹੀਂ ਸੀਗਾ। ਹੁਣ ਇਸ ਐਕਟ ਦੇ ਵਿੱਚ ਸ਼ੋਧ ਹੋਣ ਦੀ ਲੋੜ ਹੈ। ਜੇਕਰ ਸ਼ੋਧ ਹੋਵੇ, ਇਹ ਵੈਬ ਸੀਰੀਜ਼ ਗਾਣੇ ਸਾਰੇ ਸੈਂਸਰ ਬੋਰਡ ਦੇ ਕੰਟਰੋਲ ਵਿੱਚ ਆ ਜਾਣਗੇ, ਸੈਂਸਰ ਹੋ ਕੇ ਆ ਜਾਣਗੇ। ਮੇਰਾ ਤਾਂ ਇੱਕੋ ਇੱਕ ਮਕਸਦ ਹੈ, 1952 ਦੇ ਸਿਨੇਮੈਟੋਗ੍ਰਾਫੀ ਐਕਟ ਦਾ ਸ਼ੋਧ ਹੋਵੇ। ਇਹ OTT ਪਲੇਟਫਾਰਮ ਤੇ ਸਾਰੇ ਜਿੰਨੇ ਵੀ ਵੈਬ ਸੀਰੀਜ਼ ਆਉਂਦੇ ਨੇ, ਫਿਲਮਾਂ ਆਉਂਦੇ ਨੇ ਜਾਂ ਗਾਣੇ ਆਉਂਦੇ ਨੇ, ਲੱਚਰ ਸ਼ਰਾਬੇ ਹਥਿਆਰੇ ਗਾਣੇ, ਸੈਂਸਰ ਹੋ ਕੇ ਹੀ ਜਨ ਤੱਕ ਆਵੇ। ਪੰਡਿਤ ਜੀ ਅਸੀਂ ਵੇਖਦੇ ਹਾਂ ਕਿ ਸਰਕਾਰ ਵੀ ਇਹ ਕਹਿੰਦੀ ਹੈ ਕਿ ਸਾਨੂੰ ਜਾਤੀਵਾਦ ਨੂੰ ਜਿਹੜਾ ਹੈ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ, ਹੈ ਨਾ ਜੀ, ਲੇਕਿਨ ਇੱਕ ਪਾਸੇ ਅਸੀਂ ਵੇਖਦੇ ਹਾਂ ਕਿ ਇਸ ਤਰੀਕੇ ਦੇ ਨਾਟਕ, ਇਸ ਤਰੀਕੇ ਦੇ ਗਾਣੇ ਔਰ ਇਸ ਤਰੀਕੇ ਦੀ ਫਿਲਮਾਂ ਜਿਹੜੀਆਂ ਉਹ ਚਲਾਈਆਂ ਜਾਂਦੀਆਂ ਨੇ, ਸਿਰਫ ਇਹ ਕਹਿ ਦੇਣਾ ਕਿ ਅਸੀਂ ਜਾਤੀਵਾਦ ਨੂੰ ਵਧਾਵਾ ਸਾਨੂੰ ਨਹੀਂ ਦੇਣਾ ਚਾਹੀਦਾ, ਕਿ ਇਸ ਤਰੀਕੇ ਨਾਲ ਇਹ ਜਾਤੀਵਾਦ ਰੁਕ ਸਕੇਗਾ ਜਦੋਂ ਅਸੀਂ ਫਿਲਮਾਂ ਹੀ ਪੇਸ਼ ਕਰਦੇ ਹਾਂ ਇਸ ਤਰੀਕੇ ਦੀਆਂ? ਬਿਲਕੁਲ ਨਹੀਂ ਰੋਕ ਸਕਦੇ, ਬਿਲਕੁਲ ਨਹੀਂ ਰੋਕ ਸਕਦੇ। ਇਸ ਲਈ ਵੈਬ ਸੀਰੀਜ਼ ਜਿਹੜੇ ਪਤਾਲੋਕ ਵਰਗੇ ਵੈਬ ਸੀਰੀਜ਼ ਨੂੰ ਬੰਦ ਕਰਨ ਲਈ ਅਸੀਂ ਜਿਹੜੇ ਕੰਪਲੇਂਟ ਦੇ ਵਿੱਚ ਲਿਖਿਆ ਮੈਂ, ਬੰਦ ਕੀਤਾ ਜਾਵੇ, ਇਹਨਾਂ ਦੇ ਖਿਲਾਫ ਕਾਰਵਾਈ ਕੀਤਾ ਜਾਵੇ। ਤੁਹਾਨੂੰ ਕੀ ਉਮੀਦ ਹੈ ਕਿ ਇਸ ਜੋ ਤੁਸੀਂ ਕਾਰਵਾਈ ਕਰ ਰਹੇ ਹੋ ਇਸ ਤੇ ਅਮਲ ਹੋਏਗਾ? पक्की गल है क्योंकि ये गैर कानूनी है। वेब सीरीज़ पूरा गैर कानूनी, शुरुआत तो लेकर अंत तक सारे गैर कानूनी दृश्यावली, गैर कानूनी डायलॉग, गैर कानूनी दृश्यावली ਦੇ ਨਾਲ। ਠੀਕ ਹੈ, ਤੁਹਾਨੂੰ ਕੀ ਲੱਗਦਾ ਕਿ ਇਹ ਜਾਣਬੁੱਝ ਕੇ ਕੀਤਾ ਜਾਂਦਾ? ਕਿਉਂਕਿ ਇਹ ਕਾਫੀ ਲੰਮੇ ਸਮੇਂ ਤੋਂ ਹੁਣ ਅਸੀਂ ਵੇਖ ਰਹੇ ਹਾਂ ਕਿ ਖਾਸ ਤੌਰ ਦੇ ਉੱਤੇ ਜੇ ਅਸੀਂ ਸਿੱਖ ਭਾਈਚਾਰੇ ਦੀ ਗੱਲ ਕਰੀਏ, ਇਸ ਤਰੀਕੇ ਦੇ ਦ੍ਰਿਸ਼ ਜਾਂ ਇਸ ਤਰੀਕੇ ਦੀਆਂ ਬੇਅਦਬੀਆਂ ਕੀਤੀਆਂ ਜਾਂਦੀਆਂ ਨੇ, ਫਿਰ ਰੋਸ ਮੁਜ਼ਾਹਰੇ ਹੁੰਦੇ ਨੇ, ਧਰਨੇ ਲਾਏ ਜਾਂਦੇ ਨੇ, ਫਿਰ ਉਸ ਤੋਂ ਬਾਅਦ ਸਭ ਸ਼ਾਂਤੀ ਹੋ ਜਾਂਦੀ ਹੈ। ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਸਿੱਖ ਭਾਈਚਾਰਾ ਹੈ ਉਹ ਵੀ ਇਸ ਤੋਂ ਮਤਲਬ ਕਿ ਆਦੀ ਹੋ ਚੁੱਕਿਆ ਹੈ, ਯੂਜ਼ ਟੂ ਹੋ ਚੁੱਕਿਆ ਹੈ ਕਿ ਕੋਈ ਨਹੀਂ, ਕੋਈ ਵਿਵਾਦ ਹੁੰਦਾ ਹੈ ਕਿ ਉਹ ਕਰ ਲੈਂਦੇ ਨੇ, ਫਿਰ ਉਸ ਤੋਂ ਬਾਅਦ ਸ਼ਾਂਤ ਹੋ ਜਾਂਦਾ ਹੈ, ਫਿਰ ਕੋਈ ਵਿਵਾਦ ਕਰ ਲੈਂਦੇ, ਸ਼ਾਂਤ, ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ? ਬਿਲਕੁਲ ਮੈਨੂੰ ਲੱਗਦਾ ਹੈ ਮਾਨਯੋਗ ਅਧਿਕਸ਼ ਪ੍ਰੈਜ਼ੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ 'ਤੇ ਕਾਰਵਾਈ ਕਰਨਗੇ। ਇਸ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸਿਰਸਾ ਸਾਹਿਬ, ਉਹਨਾਂ ਨੇ ਬਿਆਨ ਵੀ ਦਰਜ ਕੀਤੇ ਨੇ। ਮੈਨੂੰ ਲੱਗਦਾ ਹੈ ਸਿੱਖ ਸਿਧਾਂਤ ਦੇ ਪਾਲਣ ਕਰਨ ਵਾਲੇ ਲੋਕ ਜਾਗਰੂਕ ਹੋਣ ਦੀ ਲੋੜ ਹੈ। ਸਿੱਖ ਸਿਧਾਂਤ ਨੂੰ ਤੁਸੀਂ ਗਲਤ ਪੇਸ਼ਕਾਰੀ ਨਹੀਂ ਕਰ ਸਕਦੇ। ਅੰਮ੍ਰਿਤਧਾਰੀ ਸ਼ਾਂਤੀ ਦੀ ਸੰਕੇਤ ਹੈ। ਅੰਮ੍ਰਿਤਧਾਰੀ ਇੱਕ ਜ਼ੁਲਮ ਦੇ ਖਿਲਾਫ ਲੜਨ ਦਾ ਸੰਕੇਤ ਹੈ। ਉਸ ਅੰਮ੍ਰਿਤਧਾਰੀ ਦੇ ਸਾਹਮਣੇ ਬਲਾਤਕਾਰੀ ਸ਼ੀਨ ਨਹੀਂ ਕਰ ਸਕਦੇ ਜੋ ਅੰਮ੍ਰਿਤਧਾਰੀ ਦੀ ਅਪਮਾਨ ਹੈ। ਇਸ ਲਈ ਪੰਜਾਬ ਦੇ ਲੋਕ ਜਾਗਣਗੇ ਤੇ ਅਜਿਹੇ ਵੈਬ ਸੀਰੀਜ਼ ਦੇ ਖਿਲਾਫ ਆਵਾਜ਼ ਉਠਾਉਣਗੇ। ਪੰਡਿਤ ਜੀ ਅਸੀਂ ਵੇਖਦੇ ਹਾਂ ਕੁਝ ਸਮੇਂ ਤੋਂ ਕਿ ਜਿਹੜੀ ਪੰਜਾਬ ਦੀ ਹਾਲਤ ਹੈ ਨਾ ਜੀ, ਪੰਜਾਬ ਦਾ ਜਿਹੜਾ ਬੰਦਾ ਹੈਗਾ ਉਹ ਰੋਜ਼ੀ ਰੋਟੀ ਤੋਂ ਵੀ ਕਾਫੀ ਜ਼ਿਆਦਾ ਤੰਗ ਹੋ ਚੁੱਕਿਆ। ਤੇ ਕਈ ਵਾਰੀ ਅਸੀਂ ਕੀ ਸੋਚਦੇ ਹਾਂ, ਆਪਸ ਦੇ ਵਿੱਚ ਅਸੀਂ ਗੱਲਾਂ ਕਰਦੇ ਹਾਂ ਤੇ ਬੰਦੇ ਆਪਸ ਦੇ ਵਿੱਚ ਕਹਿੰਦੇ ਆ ਯਾਰ ਸਾਨੂੰ ਕੀ ਲੈਣਾ, ਬੰਦਾ ਇੰਨਾ ਜ਼ਿਆਦਾ ਦੁਖੀ ਹੋ ਚੁੱਕਿਆ, ਉਸ ਦੀ ਰੋਟੀ ਦਾ ਹੀ ਨਹੀਂ ਪ੍ਰਬੰਧ ਹੁੰਦਾ। ਤੇ ਤੁਸੀਂ ਕੀ ਮੰਨਦੇ ਹੋ ਕਿ ਇੰਨਾ ਜ਼ਿਆਦਾ ਮਤਲਬ ਕਿ ਬੰਦੇ ਨੂੰ ਮਜਬੂਰ ਕਰ ਦਿੱਤਾ ਗਿਆ ਹੈ ਕਿ ਉਸ ਦਾ ਧਿਆਨ ਇਹਨਾਂ ਚੀਜ਼ਾਂ ਵੱਲ ਜਾਂਦਾ ਹੀ ਨਹੀਂ? ਨਹੀਂ, ਇਹ ਗਲਤ ਹੈ। ਇਤਿਹਾਸ ਤੁਸੀਂ ਪੜ੍ਹੋ, ਭਾਈ ਤਾਰੂ ਸਿੰਘ ਜਿਨਨੇ ਕਠਿਨ ਪਰਿਸ਼ਰਮ, ਕਠਿਨ ਸੰਕਟ ਨਾਲ ਗੁਜ਼ਰਨ ਤੋਂ ਬਾਅਦ ਵੀ ਆਪਣੀ ਪਹਿਚਾਨ, ਆਪਣੀ ਇੱਕ ਹੋਂਦ ਨੂੰ ਨਹੀਂ ਛੱਡਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 6 ਮਹੀਨੇ ਤੱਕ ਕਿਲਾ ਦੇ ਵਿੱਚ ਬੈਠਣ ਤੋਂ ਬਾਅਦ ਵੀ ਆਪਣੀ ਹੋਂਦ, ਆਪਣੀ ਪਹਿਚਾਨ, ਆਪਣੀ ਸੱਚਾਈ, ਇਨਸਾਨੀਅਤ ਨੂੰ ਨਹੀਂ ਛੱਡਿਆ। ਤੁਸੀਂ ਆਧੁਨਿਕ ਕਾਲ ਦੇ ਵਿੱਚ ਰੋਟੀ ਲਈ ਤੁਹਾਡੀ ਪਹਿਚਾਨ ਨਹੀਂ ਛੱਡ ਸਕਦੇ। ਤੁਹਾਡੀ ਪਾਣੀ ਰੋਟੀ ਲਈ ਤੁਹਾਡੀ ਸੰਸਕ੍ਰਿਤੀ, ਸੱਭਿਆਚਾਰ, ਭਾਸ਼ਾ
नहीं छड़ सकते महाराज। ਬਹੁਤ ਬਹੁਤ ਤੁਸੀਂ ਖੂਬਸੂਰਤ ਜਵਾਬ ਦਿੱਤਾ ਜੀ। ਇਹ ਵੀ ਸਪਸ਼ਟ ਥੋੜਾ ਜਿਹਾ ਕਰੋ ਕਿ ਕਈ ਲੋਕ ਇਹ ਸੋਚਦੇ ਆ ਕਿ ਤੁਸੀਂ ਗਾਣਿਆਂ ਦੇ ਖਿਲਾਫ ਹੋ ਜਾਂ ਫਿਲਮਾਂ ਦੇ ਖਿਲਾਫ ਹੋ, ਤੁਸੀਂ ਕੀ ਮੰਨਦੇ ਹੋ? ਕਿਉਂਕਿ ਕਈ ਲੋਕ ਇਹ ਕਹਿੰਦੇ ਆ ਕਿ ਗਾਣਿਆਂ ਦੀ ਵੀ ਜਾਂ ਐਂਟਰਟੇਨਮੈਂਟ ਦੀ ਵੀ ਬੰਦੇ ਦੇ ਅੰਦਰ ਭੁੱਖ ਹੁੰਦੀ ਆ। ਤੁਸੀਂ ਕੀ ਮੰਨਦੇ ਹੋ ਕਿ ਕਿਸ ਤਰੀਕੇ ਦਾ ਐਂਟਰਟੇਨਮੈਂਟ ਹੋਣਾ ਚਾਹੀਦਾ? नहीं एंटरटेनमेंट नहीं है। मानयोग पंजाब हरियाणा हाई कोर्ट ਦੇ ਵਿੱਚ मैंने PIL पाया सी 3 साल तक केस चलने तो बाद 22/7/2019 ਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਪਣੇ ਹੁਕਮ ਦੇ ਵਿੱਚ ਸਪਸ਼ਟ ਰੂਪ ਵਿੱਚ ਲਿਖਿਆ ਹੈ ਲੱਚਰ ਸ਼ਰਾਬੀ ਹਥਿਆਰੀ ਗਾਣੇ ਐਂਟਰਟੇਨਮੈਂਟ ਨਹੀਂ ਹੋ ਸਕਦੇ। ਇਹ ਸਾਡੇ ਬੱਚੇ ਤੇ ਬੁਰਾ ਅਸਰ ਪੈ ਰਿਹਾ ਜੀ। ਹੁਣ ਦੱਸੋ ਕਿੱਥੋਂ ਸਵਾਲ ਉੱਠਦਾ ਹੈ ਐਂਟਰਟੇਨਮੈਂਟ ਕਿਵੇਂ ਹੋ ਸਕਦਾ ਹੈ? ਚੌਥਾ ਪੈਗ ਲਾ ਕੇ ਦੇਰਾ ਬਾਫੜ ਨਹੀਂ, ਇਹ ਐਂਟਰਟੇਨਮੈਂਟ ਨਹੀਂ ਹੈ, ਔਰਤ ਦੀ ਬੇਇੱਜ਼ਤੀ ਹੈ। ਪਿੰਡ ਉਸ ਪਿੰਡ ਦੇ ਬਿਲੋਂਗ ਕਰਦਾ ਜਿੱਥੇ ਮਾਰ ਕੇ ਕਸੂਰ ਪੁੱਛਦਾ ਹੈ, ਇਹ ਐਂਟਰਟੇਨਮੈਂਟ ਨਹੀਂ ਹੈ, ਗੈਰ ਕਾਨੂੰਨੀ ਹੈ। ਜਿਸ ਕਰਕੇ ਸਿੱਧੂ ਮੂਸੇਵਾਲਾ ਹੁਣ ਜੇਲ੍ਹ ਜਾਣ ਵਾਲਾ ਹੈ। ਜਿਹੜੀ ਹਥਿਆਰ ਦੀ ਗੱਲ ਕਰਕੇ ਕਹਿਣ ਦਾ ਭਾਵ ਹੈ ਜਿਸ ਨੂੰ ਤੁਸੀਂ ਐਂਟਰਟੇਨਮੈਂਟ ਕਹਿੰਦੇ ਹੋ ਜਾਂ ਮੰਨਦੇ ਹੋ, ਬੱਬੂ ਮਾਨ ਵੀ ਕਹਿੰਦੇ ਸਨ ਕਿ ਇਹ ਐਂਟਰਟੇਨਮੈਂਟ ਹੈ, ਪਰ ਮਾਨਯੋਗ ਹਾਈ ਕੋਰਟ ਨੇ ਕਿਹਾ ਐਂਟਰਟੇਨਮੈਂਟ ਨਹੀਂ ਹੈ। ਐਂਟਰਟੇਨਮੈਂਟ ਦੀ ਡੈਫੀਨੇਸ਼ਨ ਨੂੰ ਖਤਮ ਕਰਕੇ ਸੱਭਿਆਚਾਰ ਦੀ ਗੱਲ ਕਰੋ। ਠੀਕ ਹੈ, ਤੁਸੀਂ ਇਹ ਮੰਨਦੇ ਹੋ ਕਿ ਤੁਸੀਂ ਸਿੱਧੂ ਮੂਸੇਵਾਲਾ ਜਾਂ ਬੱਬੂ ਮਾਨ ਜਿਨ੍ਹਾਂ ਦਾ ਤੁਸੀਂ ਨਾਂ ਲਿੱਤਾ, ਤੁਸੀਂ ਉਹਨਾਂ ਦੇ ਖਿਲਾਫ ਨਹੀਂ ਹੋ, ਪਰ ਜਿਹੜੇ ਜਿਸ ਤਰੀਕੇ ਦੇ ਉਹ ਗਾਣੇ ਕਦੇ ਗਾ ਦਿੰਦੇ ਆ, ਤੁਸੀਂ ਉਹਨਾਂ ਗਾਣਿਆਂ ਦੇ ਖਿਲਾਫ ਹੋ? ਜੀ ਬਿਲਕੁਲ, ਮੈਂ ਕਿਸੇ ਦੇ ਖਿਲਾਫ ਨਹੀਂ ਹਾਂ। ਮੈਂ ਬਹੁਤ सम्मान ਕਰਦਾ ਹਰੇਕ ਪੰਜਾਬੀ ਦੇ, ਹਰੇਕ ਪੰਜਾਬ ਗੱਭਰੂ ਨੌਜਵਾਨ ਦੀ सम्मान ਕਰਦਾ ਹੈ, ਪਰ ਇਹਨਾਂ ਦੀ ਜਿਹੜੀ ਲਿਰਿਕਸ ਨੇ ਸ਼ਬਦਾਵਲੀ ਗਾਣੇ ਦੇ ਵਿੱਚ ਉਸ ਦੇ ਖਿਲਾਫ ਹੈ। ਮੈਂ ਇਹ ਕੀ ਸਵਾਲ ਪੁੱਛਦਾ ਹੈ, ਤੁਸੀਂ ਜਿਸ ਦੀ ਰੋਟੀ ਰੋਜ਼ ਖਾਦੇ ਹੋ ਕਿਸਾਨ ਦੀ, ਉਹਨਾਂ ਬਾਰੇ ਗਾਣਾ ਕਿਉਂ ਨਹੀਂ ਗਾਉਂਦੇ ਹੋ? ਜਿੰਨੇ ਬਹੁਤ ਸਾਰੇ ਕੈਂਸਰ ਪੇਸ਼ੈਂਟ ਮਰ ਰਹੇ ਨੇ ਬਠਿੰਡਾ ਦੇ ਬੈਲਟ ਦੇ ਵਿੱਚ, ਉਹਨਾਂ ਬਾਰੇ ਗਾਣਾ ਕਿਉਂ ਨਹੀਂ ਗਾਉਂਦੇ ਹੋ? ਪੰਜਾਬੀ ਭਾਸ਼ਾ ਸੱਭਿਆਚਾਰ ਦੀ ਗਾਣਾ ਕਿਉਂ ਨਹੀਂ ਬਣਾਉਂਦੇ ਹੋ? ਤੁਸੀਂ ਰੱਜ ਕੇ ਗਾਓ। ਭਾਈ ਤਾਰੂ ਸਿੰਘ, ਮਾਤਾ ਖੀਵੀ ਜਿਸ ਦੇ ਨਾਂ ਕੋਈ ਨਹੀਂ ਜਾਣਦੇ, ਮਾਤਾ ਖੀਵੀ ਬਾਰੇ ਗਾਣਾ ਗਾਓ ਤੁਸੀਂ। ਉਹ ਹੈ ਸੱਭਿਆਚਾਰ, ਉਹ ਹੈ ਸਾਡੀ ਸੱਭਿਆਚਾਰ ਵਿਰਾਸਤ। ਉਸ ਦੇ ਬਾਰੇ ਗਾਣਾ ਨੇ ਛੱਡ ਕੇ ਤੁਸੀਂ ਔਰਤ ਨੂੰ ਬੇਇੱਜ਼ਤੀ ਕਰਨ ਵਾਲੇ ਗਾਣੇ, ਜੱਟ ਸਮੁਦਾਇ ਨੂੰ ਬੇਇੱਜ਼ਤੀ ਕਰਨ ਵਾਲੇ ਗਾਣਾ ਗਾਓਗੇ, ਇੱਕ ਜੇਲ੍ਹ ਜਾਣਗੇ। ਐਲੀ ਮੰਗਟ ਵੀ ਗਏ ਸੀ ਜੇਲ੍ਹ, ਹੁਣ ਸਿੱਧੂ ਮੂਸੇਵਾਲਾ ਵੀ ਜਾਣਗੇ, ਕਰਨ ਔਜਲਾ ਵੀ ਜਾਣ ਵਾਲਾ ਹੈ। ਇਹ ਗਲਤ ਨਹੀਂ ਕਰ ਸਕਦੇ। ਇਹ ਭਾਸ਼ਾ ਪਵਿੱਤਰ ਭਾਸ਼ਾ ਹੈ, ਭਾਸ਼ਾ ਪੰਜਾਬੀ। ਇਸ ਦੇ ਵਿੱਚ ਤੁਸੀਂ ਗਲਤ ਨਹੀਂ ਕਰ ਸਕਦੇ। ਕਰੋਗੇ ਇੱਕ ਦਿਨ ਜੇਲ੍ਹ ਜਾਓਗੇ, ਭੁਗਤੋਗੇ। ਮੈਂ ਇਹ ਜਾਣਨਾ ਚਾਹੁੰਦਾ ਕਿ ਤੁਹਾਨੂੰ ਕਦੋਂ ਲੱਗਿਆ ਸੀ ਪਹਿਲੀ ਵਾਰੀ ਕਿ ਇਹ ਜਿਹੜਾ ਤੁਸੀਂ ਆਵਾਜ਼ ਚੁੱਕਣੀ ਸ਼ੁਰੂ ਕੀਤੀ ਹੈ, ਇਹ ਸ਼ੁਰੂਆਤ ਕਦੋਂ ਹੋਈ? ਕਦੋਂ ਲੱਗਿਆ ਤੁਹਾਨੂੰ ਕਿ ਮੈਨੂੰ ਆਵਾਜ਼ ਚੁੱਕਣੀ ਚਾਹੀਦੀ ਹੈ? ਸਟਾਰਟ ਕਦੋਂ ਹੋਇਆ ਸੀਗਾ? ਜੀ ਬਹੁਤ ਹੀ ਨਿਮਰਤਾ ਨਾਲ ਮੈਂ ਦੱਸਣਾ ਚਾਹਾਂਗਾ, ਇਹ ਪਵਿੱਤਰ ਪੰਜਾਬੀ ਭਾਸ਼ਾ ਸਿੱਖਣ ਤੋਂ ਬਾਅਦ ਇੰਨੀ ਮਿਹਰਤ ਹੋਇਆ ਹੈ। ਸ੍ਰੀ ਜਪਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਆਸ਼ਾ ਦੇ ਵਾਰ ਅਨੁਵਾਦ ਹੋਇਆ, ਜਫਰਨਾਮਾ ਅਨੁਵਾਦ ਹੋਇਆ। ਸਿੱਖ ਸਿਧਾਂਤ ਨੂੰ ਪੜ੍ਹ ਕੇ ਮੈਂ ਇੰਨੀ ਹੈਰਾਨ ਹੋਇਆ, ਇੰਨੀ ਵਿਰਾਸਤ ਭਰੀ ਸੱਭਿਆਚਾਰ, ਇੰਨੀ ਤਿਆਗਮਈ ਇਤਿਹਾਸ। ਇਸ ਦੇ ਬਾਰੇ ਗਾਣਾ ਛੱਡ ਕੇ ਇਹ ਲੋਕ ਲੱਚਰ ਸ਼ਰਾਬੀ ਹਥਿਆਰੀ ਗਾਣਾ ਗਾਉਂਦੇ ਨੇ, ਨੌਜਵਾਨ ਪੰਜਾਬੀ ਲੋਕ। ਮੈਂ ਹੈਰਾਨ ਹੋਇਆ। ਤੁਹਾਨੂੰ ਪਤਾ ਹੋਣਾ ਬਠਿੰਡਾ ਦੇ ਨੇੜੇ ਇੱਕ ਮੌਰੀ ਮੰਡੀ ਦੇ ਵਿੱਚ ਇੱਕ ਕੁੜੀ ਦੀ ਮੌਤ ਹੋਇਆ ਸੀ ਗੋਲੀ ਲੱਗ ਕੇ, ਕੁਲਵਿੰਦਰ ਕੌਰ ਦੀ। ਜੀ। वही घटना मेरे मन ਨੂੰ ਬਹੁਤ ਚੋਟ ਪਹੁੰਚਾਇਆ। 3 ਮਹੀਨੇ ਦੀ ਗਰਭਵਤੀ ਸੀ ਉਹ, ਰੋਟੀ ਕਮਾਉਣ ਲਈ ਉਹ ਨੱਚਦੀ ਸੀ ਉਹ ਪਾਰਟੀ ਦੇ ਵਿੱਚ, ਪਰ ਗੋਲੀ ਲੱਗੀ ਕਿਉਂਕਿ ਪਿੱਛੇ ਗਾਣਾ ਚੱਲਦਾ ਪਿਆ ਸੀ, ਦਾਰੂ ਵਾਲਾ ਗਾਣਾ। ਉਹ ਉਸ ਤੇ ਨੱਚਦੇ ਗੋਲੀ ਲੱਗੀ, ਮਰ ਗਏ। ਮੈਂ ਉਸ ਨੂੰ ਆਧਾਰ ਰੱਖ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਪਾਇਆ। ਮਾਨਯੋਗ ਹਾਈ ਕੋਰਟ ਨੇ 3 ਸਾਲ ਤੱਕ ਸੁਣਵਾਈ ਤੋਂ ਬਾਅਦ ਹੁਣ ਜਾਰੀ ਕੀਤੇ ਨੇ ਆਰਡਰ, ਜਿਸ ਦੇ ਵਿੱਚ ਲਿਖਿਆ ਹੈ ਕਿ ਲੱਚਰ ਸ਼ਰਾਬੀ ਹਥਿਆਰੀ ਗਾਣਾ ਕਿੱਥੇ ਵੀ ਨਹੀਂ ਚੱਲਣਗੇ। ਡੀਜੇ ਨਹੀਂ, ਲਾਈਵ ਸ਼ੋਅ 'ਤੇ ਵੀ ਨਹੀਂ ਗਾ ਸਕਦੇ, ਅੱਜ ਕੱਲ੍ਹ ਨਹੀਂ ਗਾਉਣਗੇ। ਕਹਿਣ ਦਾ ਭਾਵ ਹੈ ਕਿ ਸਾਡੀ ਕੁਲਵਿੰਦਰ ਕੌਰ ਦੀ ਜਿਹੜੀ ਘਟਨਾ ਹੈ ਵਹੀ ਸ਼ੁਰੂਆਤ ਸੀ। ਮੈਨੂੰ ਲੱਗਦਾ ਹੈ ਪੰਜਾਬੀ ਵਿਰਾਸਤ ਸੱਭਿਆਚਾਰ ਨੂੰ ਬਚਾਉਣ ਦੀ ਲੋੜ ਹੈ। ਇਹ ਕੰਮ ਮੈਂ ਕਰਦਾ ਰਹਾਂਗਾ ਭਾਵੇਂ ਕੁਝ ਵੀ ਹੋਵੇ। ਤੁਸੀਂ ਪੰਜਾਬੀ ਬੋਲੀ ਦੀ ਗੱਲ ਕੀਤੀ, ਸੱਭਿਆਚਾਰ ਦੀ ਗੱਲ ਕੀਤੀ, ਤੇ ਤੁਸੀਂ ਅਨੁਵਾਦ ਵੀ ਕੀਤਾ ਜੀ ਕੰਨੜ ਭਾਸ਼ਾ ਦੇ ਵਿੱਚ ਮੂਲ ਮੰਤਰ ਦਾ ਵੀ, ਤੇ ਹੋਰ ਜਿਹੜੇ ਸਾਡੇ ਸਤਿਕਾਰਯੋਗ ਬਾਣੀਆਂ ਨੇ। ਤੇ ਮੈਂ ਚਾਹੁੰਦਾ ਕਿ ਤੁਸੀਂ ਜਿਹੜਾ ਮੂਲ ਮੰਤਰ ਹੈ ਨਾ ਕੰਨੜ ਭਾਸ਼ਾ ਦੇ ਵਿੱਚ, ਤੁਸੀਂ ਜੇ ਇੱਕ ਵਾਰੀ ਸਾਨੂੰ ਉਸ ਦਾ ਥੋੜਾ ਜਿਹਾ ਸਿਰਫ ਮੂਲ ਮੰਤਰ ਤੁਸੀਂ ਸੁਣਾ ਦਿਓ। ਜੀ ਮੈਂ ਬਹੁਤ सम्मान ਕਰਦਾ ਹੈ ਇਹ ਪਵਿੱਤਰ ਪੰਜਾਬੀ ਭਾਸ਼ਾ ਦੀ। ਇਹ ਭਾਸ਼ਾ 35 ਸਿੱਖਣ ਤੋਂ ਬਾਅਦ ਮੇਰੇ ਤੇ ਇੰਨਾ ਮਿਹਰ ਹੋਇਆ। ਨਾ ਸਿਰਫ ਸ੍ਰੀ ਜਪਜੀ ਸਾਹਿਬ, ਸੁਖਮਨੀ ਸਾਹਿਬ, ਆਸ਼ਾ ਦੀ ਵਾਰ, ਜਫਰਨਾਮਾ। ਮੈਂ ਜਫਰਨਾਮਾ ਦੇ ਵੀ ਸੁਣਾਵਾਂਗਾ ਤੁਹਾਨੂੰ ਕੰਨੜ ਦੇ ਵਿੱਚ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ಗುರು ಪ್ರಸಾದ್ ದೇವರೊಬ್ಬನೇ ಅವನ ಹೆಸರು ಸತ್ಯ ಅವನೇ ರಚನಾಕಾರ ಭಯರಹಿತನಾಥ ವೈರೋತ್ತರಹಿತನಾಥ ਕਾਲਰਹਿਤਨਾਥ ਗੁਰੂ ਕਿਰਪਾ ਕਟਾਕਸ਼ਨਾਥ। ਬਹੁਤ ਬਹੁਤ ਧੰਨਵਾਦ ਜੀ। ਜੀ। ਕਈ ਲੋਕ ਇਹ ਸੋਚ ਰਹੇ ਹੋਣੇ ਸ਼ਾਇਦ ਕਿ ਪੰਡਿਤ ਜੀ ਨੇ ਜਿਹੜਾ ਹੈ ਉਹ ਸਿਰ ਦੇ ਉੱਤੇ ਰੁਮਾਲ ਨਹੀਂ ਲਿੱਤਾ ਸੀਗਾ,
ਕਿਉਂਕਿ ਅਸੀਂ ਇੰਟਰਵਿਊ ਕਰ ਰਹੇ ਸੀਗੇ ਇਸ ਕਰਕੇ ਕਿ ਉਹਨਾਂ ਨੇ ਮੂੰਹ ਢਕਿਆ ਹੋਇਆ ਸੀ ਰੁਮਾਲ ਨਾਲ। ਪਰ ਤੁਸੀਂ ਵੇਖੋ ਕਿ ਸ਼ਰਧਾ ਦੇ ਨਾਲ ਉਹਨਾਂ ਨੇ ਆਪਣੇ ਪੈਰਾਂ 'ਚੋਂ ਜੁੱਤੇ ਕੱਢ ਦਿੱਤੇ ਸੀ ਔਰ ਉਹ ਜਦੋਂ ਉਹਨਾਂ ਨੇ ਮੂਲ ਮੰਤਰ ਪੜ੍ਹਿਆ। ਸੋ ਬਾਣੀ ਦਾ ਪੂਰਾ ਸਤਿਕਾਰ ਕਰਦੇ ਨੇ ਤੇ ਸਾਡੇ ਵੱਲੋਂ ਵੀ ਜਿੱਦਾਂ ਪੰਡਿਤ ਜੀ ਨੇ ਦੱਸਿਆ ਕਿ ਉਹ ਕਿਸੇ ਸਿੰਗਰ ਦਾ ਜਾਤੀ ਤੌਰ ਤੇ ਨਿੱਜੀ ਤੌਰ ਤੇ ਕੋਈ ਉਹਨਾਂ ਦਾ ਕੋਈ ਮਸਲਾ ਨਹੀਂ ਹੈ, ਨਾ ਸਿੱਧੂ ਮੂਸੇਵਾਲੇ ਨਾਲ, ਨਾ ਬੱਬੂ ਮਾਨ ਦੇ ਨਾਲ, ਨਾ ਅਨੁਸ਼ਕਾ ਸ਼ਰਮਾ ਦੇ ਨਾਲ। ਮਸਲਾ ਹੈ ਜਿਹੜਾ ਮਕਸਦ ਹੈ ਉਹ ਸਿਰਫ ਇਹ ਹੈ ਕਿ ਕਿਸੇ ਵੀ ਫਿਲਮ ਦੇ ਵਿੱਚ ਕਿਸੇ ਵੀ ਗਾਣੇ ਦੇ ਵਿੱਚ ਲੱਚਰਤਾ ਨੂੰ ਜਾਂ ਕੋਈ ਇਹੋ ਜਿਹੀ ਘਟਨਾ ਜਾਂ ਇਹੋ ਜਿਹਾ ਦ੍ਰਿਸ਼ ਨਾ ਵਿਖਾਇਆ ਜਾਵੇ ਜਿਸ ਦੇ ਨਾਲ ਘੱਟ ਗਿਣਤੀ ਭਾਈਚਾਰਿਆਂ ਦੇ ਮਨਾਂ ਨੂੰ ਠੇਸ ਪਹੁੰਚੇ। ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। जी ख़त्म करने तो पहले मैं पहले भी कहा श्री गुरु गोबिंद सिंह जी जफरनामा दी 5 पंक्ति में जरूर मेरे तो इन्नी मेहर होया है। 111 पंक्ति बिना देख के बोल सकता है मैं, पर 5 पंक्ति मैं जरूर सुनाऊंगा क्योंकि मेरे गुरु दी जो कलम दी ताकत देखो, जेकर किसी ने हराना है कलम नाल श्री गुरु गोबिंद सिंह जी वालों सीखना चाहिए। जो कलम नाल उस वक्त जफरनामा लिख के वो उस वक्त दी तख्त नूं हिलाण वाला गुरु गोबिंद सिंह दी कलम दी ताकत सुनो। मैं 5 पंक्ति सुनाऊंगा जरूर। गुरु महाराज लिखते हैं, वो भी फारसी भाषा विच लिखते ने, कमाले करामात कायम करीम रजा बख्श राजिक रिहा कौन रहीम अमा बख्श बख्शिंद ओ दस्तगीर खता बख्श रोजी दिहो दिल फजीर ना साजो ना बाजो ना फौजो ना फरस खुदाबंद बख्शिंद ए ऐसो अरस हम मरद बायद शब्द शुकनवर ना सिकमे दिगर दर दाहने दिगर चिहा सुद के चुंग बेचुंग पेच दे चार पेच दी हमार। ਬਹੁਤ ਬਹੁਤ ਧੰਨਵਾਦ ਜੀ। ਮੇਰੇ ਨਾਲ ਇਸ ਵਕਤ ਕੁਝ ਨੌਜਵਾਨ ਮੌਜੂਦ ਨੇ ਜੀ। ਸੋ ਆਓ ਉਹਨਾਂ ਤੋਂ ਪੁੱਛਦੇ ਹਾਂ ਕਿ ਕੀ ਉਹਨਾਂ ਨੂੰ ਅਵੇਅਰਨੈਸ ਹੈ ਇਸ ਵੈਬ ਸੀਰੀਜ਼ ਦੇ ਬਾਰੇ ਜਿਸ ਦਾ ਨਾਮ ਹੈ ਪਾਤਾਲ ਲੋਕ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਤੁਹਾਡਾ ਨਾਂ ਕੀ ਹੈ? ਸਤਨਾਮ ਸਿੰਘ। ਸਤਨਾਮ ਜੀ, ਤੁਹਾਨੂੰ ਇਸ ਵੈਬ ਸੀਰੀਜ਼ ਦੇ ਬਾਰੇ ਕੁਝ ਪਤਾ ਵੀ ਇਸ ਤਰੀਕੇ ਦਾ ਦ੍ਰਿਸ਼ ਵਿਖਾਇਆ ਜਾ ਰਿਹਾ ਵੀ ਸਿੱਖੀ ਨੂੰ ਇੱਕ ਤਰੀਕੇ ਨਾਲ ਠੇਸ ਪਹੁੰਚਦੀ ਹੈ ਉਹਦੇ ਨਾਲ? ਨਹੀਂ ਭਾਜੀ। ਅੱਛਾ, ਜੇ ਤੁਸੀਂ ਕਿਵੇਂ ਵੇਖਦੇ ਹੋ ਵੀ ਇੱਕ ਸਰਦਾਰ ਬੰਦੇ ਨੂੰ, ਅੰਮ੍ਰਿਤਧਾਰੀ ਨੂੰ ਵਿਖਾਇਆ ਜਾਵੇ ਉਹ ਤਮਾਸ਼ਬੀਨ ਬਣ ਕੇ ਤਮਾਸ਼ਾ ਵੇਖ ਰਿਹਾ ਔਰ ਸਾਹਮਣੇ ਕੁਝ ਨੌਜਵਾਨ ਇੱਕ ਲੜਕੀ ਦਾ ਰੇਪ ਕਰ ਰਹੇ ਨੇ, ਕੀ ਤੁਸੀਂ ਇਸ ਤਰੀਕੇ ਨਾਲ ਜੇ ਤੁਹਾਡੇ ਸਾਹਮਣੇ ਕੋਈ ਇਸ ਤਰੀਕੇ ਦਾ ਕੋਈ ਕਰੇ ਕੀ ਤੁਸੀਂ ਖੜ ਕੇ ਵੇਖੋਗੇ? ਨਹੀਂ ਭਾਜੀ, ਮੈਂ ਜਾ ਕੇ ਉਸ ਕੁੜੀ ਦੀ ਹੈਲਪ ਕਰੂੰਗਾ ਜੀ ਤੇ ਉਹਨਾਂ ਬੰਦਿਆਂ ਨੂੰ ਸਬਕ ਸਿਖਾਊਂਗਾ ਜੀ ਜਾ ਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਭਾਈ ਤੁਹਾਡਾ ਨਾਂ ਕੀ ਹੈ? ਪ੍ਰੀਤ ਕਮਲ। ਮਤਲਬ ਅਬਿਊਜ਼ਿਵ ਲੈਂਗੁਏਜ ਉਸ ਦੇ ਅੰਦਰ ਕਾਫੀ ਜ਼ਿਆਦਾ ਯੂਜ਼ ਹੋ ਰਹੀ ਹੈ ਤੇ ਮਤਲਬ ਕਿ ਜੋ ਚੀਜ਼ਾਂ ਇੱਕ ਬੱਚੇ ਨੂੰ ਜਾਂ ਆਪਣੇ ਛੋਟੇ ਬੱਚੇ ਨੂੰ ਵਿਗਾੜ ਸਕਦੀ ਹੈ, ਛੋਟੇ ਬੱਚੇ ਨੂੰ ਕਿ ਯੰਗਸਟਰਸ ਨੂੰ ਵੀ ਜਿੱਦਾਂ ਮਾਰ ਕੁਟਾਪਾ ਇਹ ਉਹ ਓਵਰ ਦਿਖਾਇਆ ਜਾਂਦਾ ਜੋ ਨੋਰਮਲ ਸਿਨੇਮਾ 'ਚ ਨਹੀਂ ਦਿਖਾ ਸਕਦੀ ਹੈ, ਉਹ ਵੈਬ ਸੀਰੀਜ਼ ਦੇ ਅੰਦਰ ਇਹ ਸ਼ੋਅ ਕਰ ਦਿੰਦੇ ਹੈ। ਲੇਕਿਨ ਇਸ ਦੇ ਉੱਪਰ ਕੁਝ ਮਤਲਬ ਕਿ ਇਦਾਂ ਦਾ ਬੈਨ ਹੋਣਾ ਚਾਹੀਦਾ ਔਰ ਅਗਰ ਇਹ ਸੀਨ ਹੈ ਤਾਂ ਬਹੁਤ ਜ਼ਿਆਦਾ ਮਾੜੀ ਗੱਲ ਹੈ ਕਿਉਂਕਿ ਸਰਦਾਰਾਂ ਨੂੰ ਤਾਂ ਇੱਕ ਮਤਲਬ ਰਿਜ਼ੈਂਬਲ ਹੁੰਦੇ ਹੀ ਹੈ ਵੀ ਕਿਸੇ ਦੀ ਹੈਲਪ ਕਰਨ ਵਾਸਤੇ ਹੁੰਦੇ ਆ। ਅਗਰ ਇਦਾਂ ਦੀ ਚੀਜ਼ ਦਿਖਾਈ ਜਾਏ ਤਾਂ ਬਹੁਤ ਜ਼ਿਆਦਾ ਸ਼ਰਮਨਾਕ ਚੀਜ਼ ਹੈ। ਤੁਸੀਂ ਕੀ ਮੰਗਦੇ ਹੋ ਕਿ ਇਹਦੇ ਉੱਤੇ ਹੁਣ ਕਾਰਵਾਈ ਹੋਣੀ ਚਾਹੀਦੀ ਹੈ ਕੁਝ? ਡੈਫੀਨੇਟਲੀ ਅਗਰ ਇਦਾਂ ਦੇ ਸੀਨਸ ਦੇ ਉੱਪਰ ਤਾਂ ਬੈਨ ਹੀ ਹੋਣੀ ਚਾਹੀਦੀ ਹੈ। ਮੇਰਾ ਨਾਮ ਹਰਰਾਜ ਸਿੰਘ ਸਿੱਧੂ ਆ ਜੀ। ਬੜਾ ਤਕਲੀਫ ਹੋਇਆ, ਹਿਰਦੇ ਬੜਾ ਦੁਖੀ ਹੋਇਆ। ਜਿਹੜੀ ਇਮੇਜ ਸੀ ਸਾਡੀ ਜਦ ਆਪਾਂ ਦੇਖਦੇ ਹਾਂ ਕਿ ਬੰਗਲਾਦੇਸ਼ ਦੀ ਲੜਾਈ ਹੋਈ, ਜਦ ਉੱਥੇ ਲੜਾਈ ਦੇ ਵਿੱਚ ਨੰਗੀਆਂ ਲੇਡੀਆਂ ਪਈਆਂ ਸੀ, ਲੋਕਾਂ ਨੇ ਪੱਗਾਂ ਲਾ ਕੇ ਉਹਨਾਂ ਤੇ ਦਿੱਤੀਆਂ, ਉਹਨਾਂ ਦੀ ਇਮੇਜ ਇਸ ਤਰੀਕੇ ਨਾਲ ਹੋਵੇ ਖਰਾਬ ਤੇ ਮਨ ਬੜਾ ਦੁਖੀ ਹੁੰਦਾ ਹੈਗਾ। ਲੋਕ ਆਪਣੀ TRP ਵਧਾਉਣ ਲਈ ਇਹੋ ਜਿਹੇ ਹਲਕੇ ਵੀਡੀਓ ਦੇਖ ਕੇ ਜਿਹੜੇ ਸਰਦਾਰ ਨੂੰ ਲੋਕ ਅੱਜ ਉਹਨੂੰ ਅਮਰੀਕਾ ਤੱਕ ਦੇ ਗੁਰਦੁਆਰਿਆਂ ਨੇ ਇਹ ਕਿਹਾ ਕਿ ਮਸੀਹਾ ਹੈਗੇ ਨੇ, ਹਰ ਦੁਨੀਆ ਦੇ ਵਿੱਚ ਲੰਗਰ ਬਤਾਇਆ ਜਾਂਦਾ, ਕਿਤੇ ਜੋੜੇ ਦਿੱਤੇ ਜਾਂਦੇ ਨੇ, ਕਿਤੇ ਹੋਰ ਆ ਲੋਕਾਂ ਨੇ ਆਪਣੇ ਸੋਨੇ ਦੇ ਕੇ ਹੋਰ ਦਿੱਤਾ। ਇਹ ਜਿਹੜੀ ਆਪਣੀ ਹਲਕੀ ਪਬਲਿਸਿਟੀ ਕਰਦੇ ਨੇ ਇਹਦਾ ਅਸੀਂ ਖੰਡਨ ਕਰਦੇ ਹਾਂ। ਇਹਨੂੰ ਬੰਦ ਕੀਤਾ ਜਾਵੇ, ਨਹੀਂ ਤਾਂ ਇਹਦੇ 'ਤੇ ਲੀਗਲ ਐਕਸ਼ਨ ਲਿਆ ਜਾਏਗਾ ਜੀ। ਮਿੱਤਲ ਸਾਹਿਬ, ਤੁਸੀਂ ਕਿਵੇਂ ਵੇਖਦੇ ਹੋ ਕਿ ਕੀਤਾ ਕਿਉਂ ਜਾਂਦਾ ਇਹੋ ਜਿਹੇ ਸੀਨ ਜਿਹੜੇ ਕ੍ਰੀਏਟ ਕੀਤੇ ਜਾਂਦੇ, ਕੀ ਰੀਜ਼ਨ ਹੈਗਾ? ਦੇਖੋ ਜੀ, ਅੱਜ ਕੱਲ੍ਹ ਜਿਹੜਾ ਐਂਟਰਟੇਨਮੈਂਟ ਸੈਕਟਰ ਹੈ ਉਹਦੇ ਵਿੱਚ ਹੁਣ ਕਿਉਂਕਿ ਆਪਣੇ ਸਿਨੇਮੇ ਵਗੈਰਾ ਬੰਦ ਹੈ ਤਾਂ ਅੱਜ ਕੱਲ੍ਹ ਕਿਉਂਕਿ ਇੱਕ ਤਾਂ ਜੀਓ ਦਾ ਜ਼ਮਾਨਾ ਵੀ ਨੈੱਟ ਦੀ ਆਪਣੇ ਕੋਲ ਐਕਸੈਸ ਜ਼ਿਆਦਾ ਹੋ ਗਿਆ ਹੈ, ਇਸੇ ਵੈਬ ਸੀਰੀਜ਼ ਵਗੈਰਾ ਬਣਦੀਆਂ ਵੀ ਜ਼ਿਆਦਾ ਕਿਉਂਕਿ ਕੁਝ ਲੋਕ ਪਸੰਦ ਕਰਦੇ ਹੈ। ਲੇਕਿਨ ਜਿਹੜੀ ਵੈਬ ਸੀਰੀਜ਼ ਹੈ ਉਹ ਸਾਰੀ ਇੱਕ ਜਿਹੀ ਸਕਸੈਸਫੁਲ ਨਹੀਂ ਹੋ ਪਾਉਂਦੀਆਂ। ਤਾਂ ਕੁਝ ਪ੍ਰੋਡਿਊਸਰਾਂ ਨੂੰ ਕੁਝ ਨੂੰ ਲੱਗਦਾ ਹੈ ਵੀ ਕੰਟਰੋਵਰਸ਼ੀਅਲ ਸੀਨ ਪਾ ਦਿਓ, ਨਿਊਜ਼ 'ਚ 2-3 ਦਿਨ ਚੱਲੇਗਾ, ਸਾਡੀ ਵੈਬ ਸੀਰੀਜ਼ ਦੀ ਚੜ੍ਹਾਈ ਹੋ ਜਾਏਗੀ। ਵੀ ਕੁਝ ਅਲੱਗ ਹੋਣਾ ਚਾਹੀਦਾ। ਇਹ ਸਿਰ ਅਲੱਗ ਵੀ ਨਹੀਂ, ਬਸ ਵੀ ਕੁਝ ਗਲਤ ਚੀਜ਼ ਦਿਖਾ ਦਿਓ ਤਾਂ ਕਿ ਨਿਊਜ਼ 'ਚ ਆ ਜਾਵੇ, ਤਾਂ ਕਿ ਹੁਣ ਮੇਰੀ ਗੱਲ ਸੁਣੋ, ਮੈਂ ਸਾਰਿਆਂ ਦਾ ਧਿਆਨ ਖਿੱਚਿਆ ਜਾਵੇ। ਬਸ ਹੁਣ ਸਪੋਜ਼ ਕਰੋ ਜੇ ਮੈਂ ਦੇਖਾਂ ਵੀ ਇਹ ਵੈਬ ਸੀਰੀਜ਼ ਦੀ ਗੱਲ ਚੱਲਦੀ ਪਈ ਹੈ ਤਾਂ ਮੈਂ ਦੇਖ ਲੂੰਗਾ ਕਿ ਵੀ ਅੱਜ ਕੀ ਸੀਗਾ, ਇਸ ਚੱਕਰ 'ਚ ਉਹਨਾਂ ਦੀ ਵਿਊਅਰਸ਼ਿਪ ਵੱਧ ਜਾਏਗੀ। ਇਹ ਸਿਰਫ ਇੱਕ ਤਮਾਸ਼ਾ ਹੈ, ਇੱਕ ਤਰੀਕੇ ਦਾ ਨੁਸਖਾ ਹੈ ਕਿ ਵੀ ਲੋਕਾਂ ਨੂੰ ਆਪਣੇ ਤਰਫ ਖਿੱਚਣ ਦਾ, ਬਸ। ਮੇਰਾ ਨਾਮ ਅਜੀਤ ਸਿੰਘ ਹੈਗਾ, ਮੈਂ ਸਪੋਰਟਸ ਡਿਪਾਰਟਮੈਂਟ ਤੋਂ ਹੈਗਾ। ਜਦੋਂ ਕਦੇ ਕਿਸੇ ਲੜਕੀ ਤੇ ਜ਼ੁਲਮ ਹੋ ਰਿਹਾ ਜਾਂ ਔਰਤ ਤੇ ਹੋ ਰਿਹਾ, ਇਹ ਐਜ਼ ਏ ਸਿੱਖ ਸਾਡਾ ਪਹਿਲਾ ਫਰਜ਼ ਬਣਦਾ ਕਿ ਉਹਨੂੰ ਉਹਦੀ ਸੁਰੱਖਿਆ ਕਰਨੀ, ਚਾਹੇ ਤੁਸੀਂ ਆਰਮੀ 'ਚ ਨਾ ਵੀ ਹੋ ਜਾਂ ਪੁਲਿਸ 'ਚ ਨਾ ਵੀ ਹੋ, ਐਜ਼ ਏ ਪਰਸਨ ਐਜ਼ ਏ ਸਿੱਖ
ਸਾਡਾ ਪਹਿਲਾ ਫਰਜ਼ ਬਣਦਾ ਕਿ ਅਸੀਂ ਉਹਦੀ ਰੱਖਿਆ ਔਰ ਵੈਸੇ ਵੀ ਕਹਿੰਦੇ ਆ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਸਾਨੂੰ ਤਾਂ ਕਿਸੇ ਪ੍ਰਮਾਣ ਦੀ ਲੋੜ ਨਹੀਂ ਸੀ, ਪਹਿਲਾਂ ਹੀ ਜੰਮਦੀ ਫੌਜ ਦੇ ਵਿੱਚ ਆ। ਅਗਰ ਅਸੀਂ ਉਹਦੇ ਤੇ ਦੇਖ ਕੇ ਅਣਗਹਿਲੀ ਕਰਦੇ ਆ ਜਾਂ ਮੂੰਹ ਮੋੜ ਲੈਨੇ ਤਾਂ ਅਸੀਂ ਹੱਕਦਾਰ ਨਹੀਂ ਆ ਜੀਣ ਦੇ। ਤੁਸੀਂ ਹੁਣ ਦੇਖੋ ਸਾਡੇ ਗੁਰੂਆਂ ਨੇ ਆਪਣੇ ਬੱਚੇ ਵਾਰ ਦਿੱਤੇ ਕੌਮ ਦੇ ਉੱਤੇ, ਅਸੀਂ ਕਿਸੇ ਦੀ ਰੱਖਿਆ ਨਹੀਂ ਕਰ ਸਕਦੇ? ਕਿ ਸਾਡੀ ਸਿੱਖ ਕਮਿਊਨਿਟੀ 2% ਹੈ ਔਰ 20% ਸਾਡੇ ਸਿੱਖਾਂ ਦੀ ਫੌਜ ਲੜੀ ਸੀ ਵਰਲਡ ਵਾਰ 1 ਜਾਂ 2 ਚ। 20% ਇੰਨੀ ਜ਼ਿਆਦਾ ਸ਼ਹਾਦਤ ਤੇ ਇੰਨੀ ਫਾਈਟਿੰਗ ਫੋਰਸ ਆ, ਇੰਨੀ ਮਾਰਸ਼ਲ ਕੌਮ ਆ ਤਾਂ ਸਾਡੇ ਲਈ ਇੱਕ ਬੜਾ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਅਗਰ ਇਹ ਵੀ ਨਾ ਦੇਖ ਸਕੀਏ ਸਾਡੇ ਸਾਹਮਣੇ ਕੋਈ ਜ਼ੁਲਮ ਹੋ ਰਿਹਾ ਹੋਵੇ, ਉਹ ਵੀ ਇਸਤਰੀ ਤੇ ਕੋਈ ਲੜਕੀ ਤੇ, ਇਹ ਬਰਦਾਸ਼ਤ ਨਹੀਂ ਕੀਤਾ ਜਾਣਾ। ਆਪਣੇ ਆਪ ਦੇ ਵੀ ਸੋਚਣ ਵਾਲੀ ਗੱਲ ਹੈ ਕਿ ਇੱਕ ਪਾਸੇ ਤਾਂ ਕੇਸਰੀ ਵਰਗੀਆਂ ਫਿਲਮਾਂ ਬਣਾਈਆਂ ਜਾਂਦੀਆਂ ਨੇ ਜਿਹਦੇ ਵਿੱਚ ਗਲੋਰੀਫਾਈ ਕੀਤਾ ਜਾਂਦਾ ਹੈ, ਸਿੱਖਾਂ ਦੇ ਰੋਲ ਨੂੰ ਸਹੀ ਤਰੀਕੇ ਨਾਲ ਵਿਖਾਇਆ ਜਾਂਦਾ ਕਿ ਸਿੰਘ ਸੂਰਮੇ ਕਿੰਨੇ ਬਹਾਦਰ ਹੁੰਦੇ ਨੇ ਔਰ ਕਿਸੇ ਦੀ ਵੀ ਇੱਜ਼ਤ ਨੂੰ ਬਚਾਉਣ ਦੇ ਲਈ ਉਹ ਆਪਣੀ ਜਾਨ ਵੀ ਵਾਰ ਸਕਦੇ ਨੇ। ਔਰ ਇੱਕ ਪਾਸੇ ਇਸ ਤਰੀਕੇ ਦਾ ਵਿਖਾਇਆ ਜਾਣਾ ਆਪਣੇ ਆਪ ਦੇ ਵਿੱਚ ਸੋਚਣ ਦੇ ਲਈ ਮਜਬੂਰ ਕਰਦਾ ਹੈ ਕਿ ਕੀ ਸਾਡੀ ਜਿਹੜੀ ਸੋਚ ਨੂੰ ਸਹੀ ਤਰੀਕੇ ਨਾਲ ਅੱਗੇ ਪੇਸ਼ ਕੀਤਾ ਜਾ ਰਿਹਾ ਹੈ ਜਾਂ ਨਹੀਂ। ਤੁਸੀਂ ਵੇਖ ਰਹੇ ਸੀ ਹਮਦਰਦ ਟੀਵੀ, ਕੈਮਰਾਮੈਨ ਗੁਰਮੁਖ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ, ਧੰਨਵਾਦ।